ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ, ਸਾਨੂੰ ਸਮਝਾਉਂਦੇ ਵੀ ਇਸ ਸੰਸਾਰ ਸਾਗਰ ਤੋਂ, ਇਹ ਭਵ ਸਾਗਰ ਤੋਂ, ਤ੍ਰੈ ਗੁਣਾਂ ਤੋਂ, ਮਾਇਆ ਤੋਂ, ਨਾਮ ਤੋਂ ਬਿਨਾਂ ਇਹਦੇ ਤਰਿਆ ਨਹੀਂ ਜਾ ਸਕਦਾ। ਸਤਿਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰੂ ਦੀ ਸ਼ਰਨ ਦੇ ਵਿੱਚ ਗਿਆ ਤੋਂ ਬਿਨਾਂ ਫਿਰ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ, ਅਸੀਂ ਭਵ ਸਾਗਰ ਤੋਂ ਪਾਰ ਨਹੀਂ ਲੱਗ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਬਿਨ ਨਾਮੇ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਭਰਿਆ। ਬਈ ਨਾਮ ਤੋਂ ਬਿਨਾਂ ਕੋਈ ਜੀਵ ਤਰ ਨਹੀਂ ਸਕਦਾ। ਜੇ ਹੁਣ ਅਸੀਂ ਚਾਹੁੰਦੇ ਹਾਂ ਜੀਵਨ ਮੁਕਤ ਹੋਣ, ਜੇ ਅਸੀਂ ਚਾਹੁੰਦੇ ਹਾਂ ਬਈ ਸਾਡਾ ਦੁੱਖ ਜਿਹੜਾ ਜਨਮ ਮਰਨ ਦਾ ਇਹ ਖਤਮ ਹੋ ਜੇ, ਅਸੀਂ ਵਾਰ-ਵਾਰ ਜੂਨਾਂ 'ਚ ਨਾ ਆਈਏ, ਫਿਰ ਸਾਨੂੰ ਕਹਿੰਦੇ ਵੀ ਤੁਸੀਂ ਨਾਮ ਦੇ ਨਾਲ ਜੁੜੋ, ਨਾਮ ਨੂੰ ਬੁੱਝੋ। ਨਾਮ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਮਹਾਰਾਜ ਫਰਮਾਉਂਦੇ, ਬਿਨ ਨਾਮੇ ਮੁਕਤ ਨਾ ਪਾਵੇ ਕੋਈ। ਬਈ ਨਾਮ ਤੋਂ ਬਿਨਾਂ ਕੋਈ ਜੀਵ ਮੁਕਤ ਨਹੀਂ ਹੋ ਸਕਦਾ। ਨਾਮ ਤੋਂ ਬਿਨਾਂ ਸਾਡਾ ਜਨਮ ਮਰਨ ਦਾ ਚੱਕਰ ਖਤਮ ਨਹੀਂ ਹੋ ਸਕਦਾ। ਜਿਵੇਂ ਜੀਵ ਕਹਿੰਦੇ ਬਈ ਮਰਨ ਤੋਂ ਬਾਅਦ ਆ ਫਲਾਣੇ ਬੰਦੇ ਦੀ ਗਤੀ ਨਹੀਂ ਹੋਈ ਜੀ, ਇਹਦੀ ਗਤੀ ਕਰਾਓ।
ਹੁਣ ਗੁਰਬਾਣੀ ਗੁਰੂ ਜੀ ਸਾਨੂੰ ਕਹਿੰਦੇ ਵੀ ਨਾਮ ਤੋਂ ਬਿਨਾਂ ਕਿਸੇ ਦੀ ਗਤੀ ਹੁੰਦੀ ਨਹੀਂ। ਕਿਉਂਕਿ ਜਿਹੜਾ ਜੀਵ ਨਾਮ ਦੇ ਨਾਲ ਨਹੀਂ ਜੁੜਿਆ ਉਹਨੂੰ ਅੱਗੇ ਹੋਰ ਜੂਨ 'ਚ ਭੇਜ ਦਿੰਦੇ, ਹੋਰ ਕਿਸੇ ਆਕਾਰ 'ਚ ਭੇਜ ਦਿੰਦੇ। ਜੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਪਰਮ ਗਤੀ ਹੋਵੇ, ਬਈ ਅਸੀਂ ਮੁਕਤ ਹੋਈਏ, ਤੇ ਫਿਰ ਸਾਨੂੰ ਨਾਮ ਦੇ ਨਾਲ ਜੁੜਨਾ ਪਏਗਾ। ਉਹ ਨਹੀਂ ਜਿਵੇਂ ਸੰਸਾਰ 'ਚ ਜੀਵ ਕਹਿ ਦਿੰਦੇ, ਬਈ ਜਿਵੇਂ ਆਮ ਜੀਵ ਭਰਮਾਂ ਦੇ ਵਿੱਚ ਵਹਿਮਾਂ ਦੇ ਵਿੱਚ ਪੈ ਜਾਂਦੇ। ਉਹ ਜਦੋਂ ਉਹਨਾਂ ਜੀਵਾਂ ਪਾਸ ਜਾਂਦੇ ਜਿਹੜੇ ਆਪ ਅਗਿਆਨੀ ਨੇ, ਤੇ ਉਹਨਾਂ ਨੂੰ ਸਿਆਣੇ ਕਹਿੰਦੇ। ਉਹ ਸਿਆਣੇ ਕਹਿ ਦਿੰਦੇ ਵੀ ਤੁਹਾਡਾ ਬਜ਼ੁਰਗ ਮਰੇ ਜਾਂ ਕੋਈ ਹੋਰ ਮਰੇ, ਉਹਦੀ ਗਤੀ ਨਹੀਂ ਹੋਈ, ਉਹਦੀ ਗਤੀ ਕਰਾਓ ਜੀ। ਹੁਣ ਉਹਦੀ ਗਤੀ ਕਿਵੇਂ ਹੋਵੇ, ਉਹਦੇ ਵਾਸਤੇ ਉਹ ਫਿਰ ਦੱਸਦਾ ਵੀ ਸਜਾਵੇਂ ਵਿੱਚ ਅਸੀਂ ਨਾਮ ਦੇ ਨਾਲ ਜੁੜ ਕੇ ਨਾਮ 'ਚ ਸਮਾ ਕੇ ਸਦਾ ਲਈ ਅਮਰ ਹੋ ਸਕਦੇ, ਮਾਲਕ ਦੇ ਵਿੱਚ ਲੀਨ ਹੋ ਸਕਦੇ। ਨਹੀਂ ਫਿਰ ਅੱਗੇ ਜੂਨਾਂ 'ਚ ਭੇਜ ਦਿੰਦੇ, ਆਕਾਰ ਦੇ ਵਿੱਚ। ਵਿਹਲਾ ਨਹੀਂ ਕਿਸੇ ਨੂੰ ਛੱਡਦੇ। ਤੇ ਜਦੋਂ ਇੱਕ ਆਕਾਰ 'ਚੋਂ ਦੂਸਰੇ ਆਕਾਰ 'ਚ ਭੇਜ ਦਿੰਦੇ, ਉਹਨੂੰ ਪਿਛੋਕੜ ਭੁੱਲ ਜਾਂਦੇ ਵੀ ਇਸ ਤੋਂ ਪਹਿਲਾਂ ਮੇਰਾ ਜਨਮ ਕਿੱਥੇ ਸੀ, ਮੈਂ ਕਿੱਥੋਂ ਆਇਆ, ਮੇਰਾ ਕਿਹੜਾ ਪਰਿਵਾਰ ਸੀ, ਮੇਰੇ ਮਾਂ ਪਿਓ ਕੌਣ ਸੀ, ਮੇਰੇ ਧੀਆਂ ਪੁੱਤਰ ਕੌਣ ਸੀ, ਮੇਰੇ ਭੈਣ ਭਰਾ ਕੌਣ ਸੀ, ਸਭ ਭੁੱਲ ਜਾਂਦੇ। ਹੁਣ ਫਿਰ ਆਵਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਚਾਹੁੰਦੇ ਹੋ ਮੁਕਤ ਹੋਣਾ, ਬਈ ਸਾਡੀ ਪਰਮ ਗਤੀ ਹੋਵੇ ਜੀ, ਫਿਰ ਨਾਮ ਤੋਂ ਬਿਨਾਂ ਕਿਸੇ ਦੀ ਗਤੀ ਹੁੰਦੀ ਨਹੀਂ। ਮਾਰੇ ਫਰਮਾਉਂਦੇ ਹਰ ਕੇ ਨਾਮ ਬਿਨ, ਕਹਿਨ ਗਤ ਪਾਈ ਕਹੇ ਉਪਦੇਸ਼ ਕਬੀਰਾ। ਬਾਬਾ ਕਬੀਰ ਜੀ ਉਪਦੇਸ਼ ਕਰਦੇ ਹੋਏ ਸਮਝਾਉਂਦੇ ਵੀ ਨਾਮ ਤੋਂ ਬਿਨਾਂ ਕੋਈ ਜੀਵ ਮੁਕਤ ਹੋ ਨਹੀਂ ਸਕਦਾ। ਜੇ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ, ਫਿਰ ਨਾਮ ਨੂੰ ਬੁੱਝੋ ਤੇ ਨਾਮ ਦੇ ਨਾਲ ਜੁੜੋ। ਜੇ ਹੁਣ ਅਸੀਂ ਨਾਮ ਨੂੰ ਭੁੱਲੇ ਬੈਠੇ, ਨਾਮ ਨੂੰ ਅਸੀਂ ਵਿਸਾਰੀ ਬੈਠੇ, ਸਾਨੂੰ ਪਤਾ ਹੀ ਨਹੀਂ ਵੀ ਨਾਮ ਹੈ ਕੀ, ਫਿਰ ਅਸੀਂ ਜਨਮ ਮਰਨ ਦੇ ਚੱਕਰ 'ਚ ਅਸੀਂ ਫਿਰ ਜੂਨਾਂ 'ਚ ਮੁੜ ਜਾਂਗੇ ਵਾਪਸ। ਮਹਾਰਾਜ ਇਸ ਲਈ ਫਰਮਾਉਂਦੇ ਨਾਮੋਂ ਭੁੱਲੀ ਜੇ ਫਿਰ ਆਮ ਜਾਊਂ। ਵੀ ਜੇ ਮੈਂ ਹੁਣ ਨਾਮ ਨੂੰ ਭੁੱਲੀ ਬੈਠੀ, ਸਾਡੀ ਸੁਰਤੀ, ਫਿਰ ਸਾਡਾ ਆਉਣ ਜਾਣ ਜਿਹੜਾ ਬਣਿਆ ਰਹਿਣਾ, ਅਸੀਂ ਆਵਾਂਗੇ ਵਾਪਸ, ਫਿਰ ਜਾਵਾਂਗੇ, ਫਿਰ ਆਵਾਂਗੇ। ਮਹਾਰਾਜ ਕਹਿੰਦੇ ਨਾਮ ਨੂੰ ਵਿਸਾਰ ਕੇ, ਨਾਮ ਤੋਂ ਦੂਰ ਜਾ ਕੇ, ਇਹ ਸਾਡਾ ਆਵਾਗਾਉਣ ਜਨਮ ਤੇ ਮਰਨ ਬਣਿਆ ਹੀ ਰਹਿੰਦਾ, ਆਉਣਾ ਜਾਣਾ ਬਣਿਆ ਹੀ ਰਹਿੰਦਾ। ਇਸ ਲਈ ਫਰਮਾਉਂਦੇ ਨਾਨਕ ਨਾਮ ਵਸਾਰੇ, ਆਵਣ ਜਾਣਾ ਦੋਈ। ਵੀ ਨਾਮ ਨੂੰ ਵਸਾਰ ਕੇ ਸਾਡਾ ਆਉਣਾ ਵੀ ਤੇ ਜਾਣਾ ਵੀ ਦੋਨੇ ਬਣੇ ਰਹਿਣਗੇ। ਹੁਣ ਫਿਰ ਨਾਮ ਹੈ ਕੀ ਹੈ, ਜਿਸ ਨੂੰ ਅਸੀਂ ਬੁੱਝਣਾ, ਜਿਸ ਨੂੰ ਅਸੀਂ ਜਾਣਨਾ। ਉਹ ਨਾਮ ਕਿੱਥੇ ਹੈ, ਕਿੱਥੋਂ ਸਾਨੂੰ ਨਾਮ ਮਿਲੇ, ਤਾਂ ਕਿ ਅਸੀਂ ਜੀਵਨ ਮੁਕਤ ਹੋ ਸਕੀਏ, ਅਸੀਂ ਦੁਬਾਰਾ ਨਾ ਵਾਪਸ ਆਈਏ। ਉਹਦੇ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਨਾਮ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲਦਾ, ਸਾਡੇ ਸਾਰਿਆਂ ਦੇ ਅੰਦਰ ਨਾਮ ਹੈ। ਹੁਣ ਨਾਮ ਤਾਂ ਸਾਡੇ ਅੰਦਰ ਹੈਗਾ, ਪਰ ਉਹ ਗੁਪਤ ਹੈ, ਪ੍ਰਗਟ ਹੁੰਦਾ ਗੁਰੂ ਦੀ ਮੱਤ ਦੁਆਰਾ। ਪ੍ਰਗਟ ਕਰਨ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ, ਸਤ ਸੰਗਤ ਕਰਨੀ ਪੈਂਦੀ, ਗੁਰੂ ਦੀ ਮੱਤ ਲੈਣੀ ਪੈਂਦੀ, ਫਿਰ ਪ੍ਰਗਟ ਹੁੰਦਾ। ਨਹੀਂ ਤਾਂ ਜੀਵਨ ਨੂੰ ਭੇਤ ਹੀ ਨਹੀਂ ਆਉਂਦਾ ਵੀ ਨਾਮ ਹੈ ਕੀ। ਹੁਣ ਕਈਆਂ ਜੀਵਾਂ ਨੂੰ ਸਾਰੀ ਉਮਰ ਬੀਤ ਜਾਂਦੀ, ਤੁਸੀਂ ਉਹਨਾਂ ਤੋਂ ਪੁੱਛੋ ਵੀ ਨਾਮ ਕੀ, ਜੇ ਉਹਨੂੰ ਨਾਮ ਦਾ ਹੀ ਨਹੀਂ ਪਤਾ,
ਫਿਰ ਉਹਨੇ ਆਪਦੇ ਜੀਵਨ ਦੇ ਵਿੱਚ ਖੱਟਿਆ ਕੀ। ਜੇ ਉਹਨੂੰ ਇਹੀ ਨਹੀਂ ਗਿਆਨ ਵੀ ਨਾਮ ਕੀ ਹੈ, ਤੇ ਫਿਰ ਉਹਨੇ ਸੰਸਾਰ ਦੇ ਵਿੱਚ ਉਹ ਜੀਵਨ ਦਾ ਲਾਹਾ ਨਹੀਂ ਖੱਟਿਆ, ਉਹਦਾ ਸਾਰਾ ਜੀਵਨ ਵਿਅਰਥ ਹੈ। ਮਹਾਰਾਜ ਤਾਈਓ ਕਹਿੰਦੇ ਇਹੋ ਮਾਨਕ ਜਨਮ ਦੁਰਲੰਭ ਹੈ, ਨਾਮ ਬਿਨਾਂ ਵਿਅਰਥਾ ਸਭ ਜਾਏ। ਨਾਮ ਤੋਂ ਬਿਨਾਂ ਤਾਂ ਸਭ ਵਿਅਰਥ। ਜੇ ਨਾਮ ਨੂੰ ਬੁੱਝੇ ਹੀ ਨਹੀਂ, ਨਾਮ ਨੂੰ ਜਾਣੀ ਹੀ ਨਹੀਂ, ਫਿਰ ਸੰਸਾਰ 'ਚ ਆ ਕੇ ਖੱਟਿਆ ਕੀ। ਜੋ ਇਹ ਇਕੱਠਾ ਕੀਤਾ ਸੰਸਾਰ ਦਾ ਸਾਜੋ ਸਮਾਨ, ਇਹ ਸਾਰਾ ਇੱਥੇ ਦਾ ਇੱਥੇ ਹੀ ਰਹਿ ਜਾਣਾ, ਇਹ ਸਾਡੇ ਕਿਸੇ ਕੰਮ ਨਹੀਂ ਆਉਣਾ ਅੱਗੇ। ਜਿਹੜਾ ਧਨ ਸਾਡੇ ਨਾਲ ਜਾਣਾ, ਜਿਹਨੇ ਸਾਡੀ ਸਾਰ ਲੈਣੀ, ਉਹ ਨਾਮ ਧਨ ਸੀ, ਤੇ ਉਹ ਨਾਮ ਧਨ ਦਾ ਭੇਦ ਹੀ ਨਹੀਂ ਲਿਆ, ਉਹ ਨਾਮ ਧਨ ਦੇ ਨਾਲ ਜੁੜੇ ਹੀ ਨਹੀਂ। ਫਿਰ ਸਾਨੂੰ ਕਹਿੰਦੇ ਵੀ ਇਹ ਜਿਹੜਾ ਸੰਸਾਰ ਦਾ ਤਾਂ ਕੱਚਾ ਧਨ, ਵੀ ਇਹ ਧਨ ਤਾਂ ਨਾਲ ਜਾਣਾ ਨਹੀਂ, ਇਹਨੇ ਤਾਂ ਇੱਥੇ ਦਾ ਇੱਥੇ ਹੀ ਰਹਿ ਜਾਣਾ ਸਾਰਾ ਕੁਛ। ਜਿਹੜਾ ਧਨ ਸਾਡੇ ਨਾਲ ਜਾਣਾ, ਜਿਹਨੂੰ ਅਸੀਂ ਨਾਲ ਲੈ ਕੇ ਜਾ ਸਕਦੇ, ਜਿਹਨੇ ਸਾਡੀ ਸਾਰ ਲੈਣੀ ਅੱਗੇ, ਉਹ ਹੈ ਫਿਰ ਨਾਮ ਧਨ। ਤਾਈਓ ਸਾਨੂੰ ਮਹਾਰਾਜ ਫਰਮਾਉਂਦੇ ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ ਨਾਨਕ ਇਹੋ ਸੰਸਾਰ। ਬਈ ਜਿਹਨੇ ਸਾਡੀ ਸਾਰ ਲੈਣੀ ਉਹ ਨਾਮ ਹੈ, ਤੇ ਬਾਕੀ ਸਾਰੇ ਹੀ ਵੇਖੀ ਯਾਰ ਇੱਥੇ ਦਾ ਇੱਥੇ ਹੀ ਰਹਿ ਜਾਂਦੇ। ਹੁਣ ਆਪਾਂ ਨੂੰ ਕਹਿੰਦੇ ਵੀ ਜਿਹਨੇ ਸਾਰ ਲੈਣੀ, ਜਿਹਨੇ ਨਾਲ ਜਾਣਾ ਚੱਲਦੇ ਆਂਦੇ, ਫਿਰ ਉਹ ਧਨ ਨੂੰ ਇਕੱਠਾ ਕਰੋ, ਉਹ ਧਨ ਨੂੰ ਅਹਿਮੀਅਤ ਦਿਓ। ਵੀ ਉਹ ਧਨ ਸਾਨੂੰ ਇੱਥੇ ਵੀ ਸੁੱਖ ਦੇਗਾ, ਤੇ ਚੱਲਦੇ ਆਂਦੇ ਸਾਡੇ ਅੱਗੇ ਨਾਲ ਵੀ ਚੱਲੇਗਾ। ਉਹ ਧਨ ਐਸਾ ਹੈ, ਉਹਨੂੰ ਚੋਰ ਨਹੀਂ ਲੱਗਦੇ, ਉਹਨੂੰ ਚੋਰ ਕੋਈ ਸੰਨ ਨਹੀਂ ਲਾ ਸਕਦਾ। ਉਹ ਧਨ ਸਾਡੇ ਨਾਲ ਕੋਈ ਵੰਡਾ ਨਹੀਂ ਸਕਦਾ। ਉਹ ਧਨ ਚੱਲਦਿਆਂ ਦੇ ਸਾਡੇ ਨਾਲ ਚੱਲਦਾ। ਮਹਾਰਾਜ ਇਸ ਲਈ ਫਰਮਾਉਂਦੇ ਇਸ ਧਨ ਕੋ ਜਮ ਜੋਹ ਨ ਸਕੇ, ਨਾ ਤਸਕਰ ਲੈ ਜਾਏ। ਇਹੋ ਹਰ ਧਨ ਜੀਏ ਸੇਤੀ ਰਵ ਰਿਹਾ, ਜੀਏ ਨਾਲੇ ਜਾਏ। ਬਈ ਹੋਰ ਧਨ ਤਾਂ ਸਾਡੇ ਨਾਲ ਜਾਂਦਾ ਨਹੀਂ, ਬਾਕੀ ਤਾਂ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਸਿਰਫ ਇੱਕ ਨਾਮ ਹੀ ਹੈ ਜਿਹਨੂੰ ਕੋਈ ਚੋਰ ਜਾਂ ਤਸਕਰ ਨਹੀਂ ਲੱਗਦਾ, ਜਿਹੜਾ ਚੱਲਦਿਆਂ ਦੇ ਸਾਡੇ ਨਾਲ ਚੱਲਦਾ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਵੀ ਉਹ ਧਨ ਵੀ ਇਕੱਠਾ ਕਰ। ਉਹ ਧਨ ਸਾਡੇ ਮਨ ਵਾਸਤੇ, ਇਹ ਜਿਹੜਾ ਅਸੀਂ ਸੰਸਾਰ ਦਾ ਇਕੱਠਾ ਕਰਦੇ, ਇਹ ਸਾਡੇ ਤਨ ਵਾਸਤੇ। ਔਰ ਇਹ ਸੰਸਾਰੀ ਧਨ ਨੂੰ ਅਸੀਂ ਓਨਾ ਸਮਾਂ ਹੀ ਵਰਤ ਸਕਦੇ ਜਿੰਨਾ ਸਮਾਂ ਸਾਡੇ ਸਵਾਸ ਚੱਲ ਰਹੇ ਨੇ। ਜਦੋਂ ਸਵਾਸ ਖਤਮ ਹੋ ਗਈ, ਫਿਰ ਇੱਥੇ ਦਾ ਇੱਥੇ ਪਿਆਈ ਦਾ ਪਿਆ ਹੀ ਰਹਿ ਜਾਣਾ, ਇਹਨੂੰ ਅਸੀਂ ਵਰਤ ਨਹੀਂ ਸਕਦੇ। ਮਹਾਰਾਜ ਕਹਿੰਦੇ ਸਾਸ ਗਏ ਕਾਇਆ ਢਲ ਪਾਏ, ਤਾਂ ਕਿ ਪਾਛੇ ਕਿਛ ਨਾ ਖਾਏ। ਬਈ ਜਦੋਂ ਸਵਾਸ ਖਤਮ ਹੋ ਗਈ, ਫਿਰ ਇਹਨੇ ਕੁਛ ਖਾਣਾ ਪੀਣਾ ਨਹੀਂ, ਫਿਰ ਇਹ ਤੁਹਾਨੂੰ ਵਰਤ ਨਹੀਂ ਸਕਦਾ। ਜੇ ਅਸੀਂ ਨਾਮ ਧਨ ਖੱਟਿਆ ਨਹੀਂ, ਉਹਦੀ ਕਮਾਈ ਨਹੀਂ ਕੀਤੀ, ਤੇ ਫਿਰ ਅਸੀਂ ਅੱਗੇ ਕਿਵੇਂ ਜਾਵਾਂਗੇ? ਇਹਦਾ ਇੱਥੇ ਦਾ ਇੱਥੇ ਹੀ ਰਹਿ ਜਾਣਾ। ਉਹਨੇ ਨਾਲ ਜਾਣਾ ਸੀ ਸਾਡੇ ਨਾਮ ਨੇ, ਉਹਨੇ ਸਾਡੇ ਮਨ ਦੀ ਸਾਰ ਲੈਣੀ ਸੀ। ਤੇ ਜੇ ਉਹ ਧਨ ਦੇ ਨਾਲ ਜੁੜੇ ਹੀ ਨਹੀਂ, ਉਹ ਧਨ ਇਕੱਠਾ ਹੀ ਨਹੀਂ ਕੀਤਾ। ਜਿਹਨੂੰ ਇਕੱਠਾ ਕੀਤਾ ਉਹ ਇੱਥੇ ਦਾ ਇੱਥੇ ਹੀ ਰਹਿ ਗਏ। ਜਿਨ੍ਹਾਂ ਨੂੰ ਆਪਦੇ ਸਮਝਦੇ ਸੀ, ਉਹ ਵੀ ਸਾਰੇ ਇੱਥੇ ਦੇ ਇੱਥੇ ਹੀ ਰਹਿ ਗਏ। ਸੋ ਤਾਈਓ ਫਿਰ ਗੁਰਮੁਖਾਂ ਨੇ ਆਖਿਆ ਵੀ ਸਾਡਾ ਤਾਂ ਸਾਰਾ ਕੁਛ ਨਾਮ ਹੀ, ਇਹੋ ਸਾਡਾ ਬੰਧਪ, ਇਹੋ ਸਾਡਾ ਰਿਸ਼ਤੇਦਾਰ, ਸੱਜਣ ਮਿੱਤਰ, ਇਹੋ ਸਾਡਾ ਭਰਾ, ਜਿਹਨੇ ਅੰਤ ਸਮੇਂ ਚੱਲਦਿਆਂ ਦੇ ਸਾਡੇ ਨਾਲ ਚੱਲਣ। ਰਮਾਉਂਦੇ ਨਾਉ ਮੇਰਾ ਬੰਧਪ, ਨਾਉ ਮੇਰਾ ਭਾਈ,
ਨਾਉ ਮੇਰੇ ਸੰਗ ਅੰਤ ਹੋਈ ਸਹਾਈ। ਜਿਹਨੇ ਔਖੀ ਘੜੀ ਮੁਸੀਬਤ ਪੈਣ ਤੇ ਸਾਡਾ ਸਾਥ ਹੀ ਛੱਡ ਜਾਣਾ ਹੈ, ਉਹ ਆਪਣਾ ਕਾਹਦਾ ਸੰਗੀ ਸਾਥੀ ਹੋਏ, ਉਹ ਆਪਣਾ ਕਾਹਦਾ ਰਿਸ਼ਤੇਦਾਰ ਤੇ ਕਾਹਦਾ ਸੱਜਣ ਹੋਏ। ਜਿਵੇਂ ਆਪਾਂ ਸੰਸਾਰ 'ਚ ਕਹਿੰਦੇ ਬਈ ਜਦੋਂ ਸਾਡੇ ਤੇ ਕੋਈ ਮੁਸੀਬਤ ਪੈ ਜੀ ਤੇ ਸਾਡਾ ਸਾਰੀ ਸਾਥ ਛੱਡ ਜਾਣ ਤੇ ਆਪਾਂ ਫਿਰ ਕਹਿੰਦੇ ਵੀ ਸਾਡੇ ਕਾਹਦੇ ਰਿਸ਼ਤੇਦਾਰ ਨੇ ਜੀ, ਜਾਂ ਕਾਹਦੇ ਸਾਡੇ ਭੈਣ ਭਰਾ ਨੇ, ਸਾਡੇ ਦੋਸਤ ਮਿੱਤਰ ਨੇ। ਜਦੋਂ ਮੈਨੂੰ ਲੋੜ ਸੀ ਉਦੋਂ ਤਾਂ ਕਿਸੇ ਨੇ ਬਾਤ ਹੀ ਨਾ ਪੁੱਛੀ। ਹੁਣ ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜਦੋਂ ਸਾਡੇ ਤੇ ਔਖੀ ਘੜੀ ਆਉਣੀ, ਜਦੋਂ ਸਾਡੇ ਤੇ ਮੁਸੀਬਤ ਪੈਣੀ, ਇਹਨਾਂ 'ਚੋਂ ਕਿਸੇ ਨੇ ਸਾਥ ਨਹੀਂ ਦੇਣਾ, ਸਾਰੇ ਸਾਥ ਛੱਡ ਕੇ ਪਾਸੇ ਹਟ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ, ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਬਈ ਜਦੋਂ ਸਾਡੇ ਮਨ ਨੂੰ ਦੁੱਖ ਲੱਗਦਾ ਉਦੋਂ ਅੱਗੇ ਕੋਈ ਨਹੀਂ ਸੰਗੀ ਸਾਥੀ ਬਣਦਾ, ਕੋਈ ਨਹੀਂ ਨਾਲ ਜਾਂਦਾ। ਹੁਣ ਐਸੀ ਅਵਸਥਾ 'ਚ ਫਿਰ ਸਮਝਾਉਂਦੇ ਬਈ ਜਿਹਨੇ ਸਾਡਾ ਸੰਗੀ ਸਾਥੀ ਬਣਨਾ ਉਹ ਸੱਜਣ ਹੈ ਸਾਡਾ ਨਾਮ। ਜਦੋਂ ਆਪਾਂ ਫਿਰ ਇਸ ਮਾਰਗ ਦੇ ਉੱਤੇ ਚੱਲਦੇ ਹਾਂ ਭਗਤੀ ਦੇ ਉੱਤੇ, ਇਸ ਮਾਰਗ ਦੇ ਉੱਤੇ ਚੱਲਦੇ ਹੋਏ ਜਿਹੜਾ ਸਾਡਾ ਸੱਜਣ ਹੁੰਦਾ ਉਹ ਹੁੰਦਾ ਸ਼ਬਦ ਗੁਰੂ। ਸ਼ਬਦ ਗੁਰੂ ਨੂੰ ਸੱਜਣ ਆਖੀ ਵੀ ਜਿਹੜਾ ਸਾਡੇ ਚੱਲਦਿਆਂ ਦੇ ਅੱਗੇ ਨਾਲ ਚੱਲਦਾ। ਜਿੱਥੇ ਅਸੀਂ ਇਕੱਲੇ ਰਹਿ ਜਾਂਦੇ ਉੱਥੇ ਵੀ ਇਹ ਸੱਜਣ ਸਾਡੇ ਨਾਲ ਹੁੰਦਾ। ਜਦੋਂ ਸਾਡੇ ਤੇ ਮੁਸੀਬਤ ਪੈਣੀ, ਸਾਡੇ ਤੇ ਔਖੀ ਘੜੀ ਆਉਣੀ, ਇਹ ਸੱਜਣ ਨੇ ਉਦੋਂ ਵੀ ਨਹੀਂ ਸਾਨੂੰ ਛੱਡਣ। ਜਿੱਥੇ ਸਾਡੇ ਮਨ ਤੋਂ ਲੇਖਾ ਲਿਆ ਜਾਂਦਾ ਇਹ ਸੱਜਣ ਉੱਥੇ ਵੀ ਸਾਡੇ ਨਾਲ ਖੜਾ ਹੁੰਦਾ। ਇਸ ਲਈ ਮਹਾਰਾਜ ਫਰਮਾਉਂਦੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿਸੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਇਹ ਸਾਡਾ ਤਾਂ ਸੱਜਣ ਹੀ ਸ਼ਬਦ ਹੈ, ਜਿਹਨੇ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਣਾ, ਜਿਹੜਾ ਹਰ ਸਮੇਂ ਗੁਰੂ ਮੇਰੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਬਈ ਇਹ ਗੁਰੂ ਸਦਾ ਮੇਰੇ ਨਾਲ ਹੈ, ਚਾਹੇ ਮੈਂ ਅੰਤਰਮੁਖੀ ਹੋ ਜਾਵਾਂ ਤਾਂ ਵੀ ਨਾਲ ਹੈ, ਜੇ ਬਾਹਰਮੁਖੀ ਹਾਂ ਤਾਂ ਵੀ ਨਾਲ ਹੈ। ਇਹ ਗੁਰੂ ਇਸ ਲੋਕ 'ਚ ਵੀ ਨਾਲ ਹੈ ਤੇ ਜਦੋਂ ਅਸੀਂ ਪਰਲੋਕ ਨੂੰ ਜਾਣਾ ਇਹ ਗੁਰੂ ਨੇ ਉੱਥੇ ਵੀ ਸਾਡੇ ਨਾਲ ਹੋਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਸ਼ਬਦ ਗੁਰੂ ਕਿੱਥੇ ਹੈ ਜਿਹੜਾ ਸਦਾ ਸਾਡੇ ਨਾਲ ਰਹਿੰਦਾ, ਉਹ ਫਿਰ ਸਾਡੇ ਅੰਦਰ ਹੈ, ਜਿਹਦਾ ਸਾਡੇ ਮਨ ਨੇ ਚੇਲਾ ਬਣਨਾ, ਉਹ ਸ਼ਬਦ ਗੁਰੂ। ਮਹਾਰਾਜ ਜਿਸ ਵਰਤਾਈ ਫਰਮਾਉਂਦੇ ਸ਼ਬਦ ਗੁਰੂ ਸੁਰਤ ਧਨ ਚੇਲਾ। ਬਈ ਸਾਡਾ ਜੋ ਗੁਰੂ ਹੈ ਉਹ ਸ਼ਬਦ। ਜਿਵੇਂ ਹੁਣ ਆਮ ਜੀਵ ਕਹਿ ਤਾਂ ਦਿੰਦੇ ਵੀ ਅਸੀਂ ਪੁਜਾਰੀਆਂ ਸ਼ਬਦ ਗੁਰੂ ਦੀ, ਅਸੀਂ ਸ਼ਬਦ ਗੁਰੂ ਨੂੰ ਮੰਨਦੇ ਹਾਂ ਜੀ। ਇਹ ਉਹ ਸ਼ਬਦ ਗੁਰੂ ਕਿਹੜਾ ਹੈ, ਉਹ ਸ਼ਬਦ ਗੁਰੂ ਹੈ ਕਿੱਥੇ ਹੈ, ਉਹਦਾ ਭੇਦ ਨਹੀਂ, ਉਹਦਾ ਗਿਆਨ ਨਹੀਂ। ਉਹਦਾ ਕਹੀ ਜਾਣਗੇ ਸਾਡਾ ਸ਼ਬਦ ਗੁਰੂ ਹੈ, ਅਸੀਂ ਪੁਜਾਰੀ ਸ਼ਬਦ ਗੁਰੂ ਦੀ। ਹੁਣ ਉਹ ਸ਼ਬਦ ਗੁਰੂ ਕਿੱਥੇ ਹੈ, ਉਹਦਾ ਭੇਦ ਸਾਨੂੰ ਗੁਰੂ ਦੀ ਮੱਤ ਤੋਂ ਬਿਨਾਂ ਆ ਨਹੀਂ ਸਕਦਾ। ਉਹ ਜੋ ਸ਼ਬਦ ਗੁਰੂ ਹੈ ਉਹ ਹੈ ਅਗੰਮ ਦੇ ਵਿੱਚ। ਜਦੋਂ ਸਾਡਾ ਮਨ ਅਗੰਮ 'ਚ ਪ੍ਰਵੇਸ਼ ਹੋਏਗਾ, ਚੌਥੇ ਪਦ ਵਿੱਚ ਜਾਏਗਾ,
ਫਿਰ ਸਾਡੀ ਟੁੱਟੀ ਹੋਈ ਉਹ ਸ਼ਬਦ ਗੁਰੂ ਦੇ ਨਾਲ ਗੰਢੀ ਜਾਣਾ। ਫਿਰ ਇਸ ਵਾਸਤੇ ਸਾਨੂੰ ਸਮਝਾਉਂਦੇ ਵੀ ਜੋ ਸਾਡਾ ਗੁਰੂ ਉਹ ਚੌਥੇ ਪਦ ਵਿੱਚ। ਹੁਣ ਚੌਥੇ ਪਦ ਵਿੱਚ ਜਾਣ ਵਾਸਤੇ, ਨਾਮ ਤੱਕ ਪਹੁੰਚਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਆਪਣੀ ਮੱਤ ਦੁਆਰਾ ਅਸੀਂ ਚਾਹੇ ਸਾਰਾ ਜੀਵਨ ਲੱਗੇ ਰਹੀਏ, ਕਿੰਨੇ ਜਨਮ ਲੱਗੇ ਰਹੀਏ, ਸਾਨੂੰ ਨਹੀਂ ਭੇਤ ਹੁੰਦਾ। ਇਉਂ ਫਿਰ ਸਾਨੂੰ ਸਮਝਾਉਂਦੇ ਵੀ ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਆਪਾਂ ਨੂੰ ਉਦਾਹਰਨਾਂ ਦਿੱਤੀ, ਇੱਕ ਰਾਜਾ ਹੋਇਆ, ਰਾਜਾ ਜਨਕ ਜੀ। ਰਾਜਾ ਜਨਕ ਸੀ ਜੋ ਬੜਾ ਯੋਧਾ ਸੀ, ਬਲੀ ਸੀ, ਤੇ ਜਿੰਨਾ ਕੁ ਹੋ ਸਕਦਾ ਉਹਦੀ ਮੱਤ ਦੁਆਰਾ ਭਗਤੀ ਵੀ ਕਰਦਾ ਸੀ। ਕਿਸੇ ਗੁਰਮੁਖਾਂ ਨੇ ਦੱਸਿਆ ਵੀ ਠੀਕ ਹੈ ਵੀ ਤੁਸੀਂ ਕਿੰਨੇ ਵੀ ਬਲੀ ਹੋ, ਕਿੰਨੇ ਵੀ ਯੋਧੇ ਹੋ, ਤੁਸੀਂ ਭਗਤੀ ਵੀ ਕਰਦੇ ਹੋ, ਪਰ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਜਦ ਤੱਕ ਤੁਸੀਂ ਗੁਰੂ ਨਹੀਂ ਧਾਰਨ ਕਰੋਗੇ, ਉਹਨਾਂ ਸਮਾਂ ਤੁਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਤੁਸੀਂ ਆਪਦੇ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ। ਉਹਨਾਂ ਨੂੰ ਵੀ ਗੱਲ ਜਚੀ ਵੀ ਗੁਰੂ ਤੋਂ ਬਿਨਾਂ ਜੇ ਅਸੀਂ ਮੁਕਤੀ ਨਹੀਂ ਹੋ ਸਕਦੇ ਤੇ ਫਿਰ ਕਿਉਂ ਨਾ ਗੁਰੂ ਵਾਲੇ ਬਣਿਆ ਜਾਵੇ, ਕਿਉਂ ਨਾ ਮੈਂ ਗੁਰੂ ਧਾਰਨ ਕਰ। ਹੁਣ ਉਹਨਾਂ ਨੇ ਫਿਰ ਆਪਣੇ ਰਾਜ ਦੇ ਵਿੱਚ ਇਹ ਸਾਰੇ ਢੰਡੋਰਾ ਫਰਾ ਦਿੱਤਾ ਵੀ ਰਾਜੇ ਜਨਕ ਨੇ ਗੁਰੂ ਧਾਰਨ ਕਰਨਾ। ਜਿਹੜਾ ਵੀ ਜੀਵ ਉਹਨਾਂ ਦਾ ਗੁਰੂ ਬਣਨਾ ਚਾਹੁੰਦਾ ਹੈ ਉਹ ਦਰਬਾਰ ਦੇ ਵਿੱਚ ਹਾਜ਼ਰ ਹੋਵੇ। ਬਹੁਤ ਜ਼ਿਆਦਾ ਜਿੰਨੇ ਵੀ ਆਪਦੇ ਆਪ ਨੂੰ ਵਿਦਵਾਨ ਪੰਡਤ ਸਮਝਦੇ ਸੀ, ਬਹੁਤ ਭਾਰੀ ਇਕੱਠ ਹੋ ਗਈ ਵੀ ਅਸੀਂ ਗੁਰੂ ਦੀ ਪਦਵੀ ਤੇ ਲੱਗਣਾ। ਸਾਰੇ ਦਰਬਾਰ ਲੱਗਿਆ ਹੋਇਆ ਤੇ ਅਸ਼ਟਾਵਕਰ ਉੱਥੇ ਆਏ। ਜਦੋਂ ਅਸ਼ਟਾਵਕਰ ਦਰਬਾਰ ਦੇ ਵਿੱਚ ਆਏ ਤੇ ਉਹਨੂੰ ਜਿੰਨੇ ਵੀ ਉਹ ਵਿਦਵਾਨ ਸੀ ਸਾਰੇ ਦੇਖ ਕੇ ਹੱਸ ਪਏ ਬਈ ਇਹ ਵੀ ਗੁਰੂ ਦੀ ਪਦਵੀ ਤੇ ਲੱਗਣ ਵਾਸਤੇ ਆਇਆ, ਕਿਉਂਕਿ ਉਹਦਾ ਜਿਹੜਾ ਸਰੀਰ ਸੀ ਉਹ ਠੀਕ ਨਹੀਂ ਸੀ, ਉਹਦੇ ਵਿੱਚ ਬਲ ਪੈਂਦੀ ਸੀ ਸਰੀਰ ਦੇ। ਉਹਦੇ ਸਰੀਰ ਨੂੰ ਦੇਖ ਕੇ ਉਹ ਸਾਰੇ ਹੱਸ ਪਏ ਤੇ ਜਦੋਂ ਹੱਸੇ ਤੇ ਉਹਨੇ ਆਖਿਆ ਵੀ ਤੁਸੀਂ ਤਾਂ ਸਿਰਫ ਚੰਮ ਦੇਖੀ, ਵੀ ਅਜੇ ਗਿਆਨ ਦੀ ਤਾਂ ਪਰਖ ਹੀ ਨਹੀਂ ਹੋਈ, ਤੁਸੀਂ ਚੰਮ ਦੇਖ ਕੇ ਹੱਸੇ। ਤੇ ਜਦੋਂ ਰਾਜਾ ਆਇਆ ਦਰਬਾਰ ਦੇ ਵਿੱਚ, ਉਹਨੇ ਦੇਖਿਆ ਵੀ ਬਹੁਤ ਇਕੱਠ ਹੈ, ਗੁਰੂ ਇੱਕ ਧਾਰਨ ਕਰਨਾ ਹੈ ਤੇ ਹੁਣ ਪਰਖ ਕਿਵੇਂ ਕੀਤੀ ਜਾਵੇ ਵੀ ਕਿਹੜਾ ਗੁਰੂ ਮੈਂ ਧਾਰਨ ਕਰਾਂ। ਉਹਨਾਂ ਨੇ ਫਿਰ ਸਭਾ ਦੇ ਵਿੱਚ ਇਹ ਸ਼ਰਤ ਰੱਖੀ ਵੀ ਮੈਂ ਗੁਰੂ ਉਹਨੂੰ ਧਾਰਨ ਕਰਾਂਗਾ ਵੀ ਜਿਹੜਾ ਮੈਨੂੰ ਐਡੀ ਛੇਤੀ ਉਪਦੇਸ਼ ਦੇ ਦੇਵੇ ਵੀ ਇੱਕ ਮੇਰਾ ਪੈਰ ਘੋੜੇ ਦੀ ਰਕਾਬ 'ਤੇ ਹੋਵੇ, ਜਦੋਂ ਮੈਂ ਦੂਜਾ ਪੈਰ ਰਕਾਬ 'ਤੇ ਧਰਾਂ ਉੱਪਰ ਦੀ ਚੜ੍ਹ ਕੇ ਤੇ ਮੈਨੂੰ ਉਪਦੇਸ਼ ਦੇ ਦੇਵੇ, ਮੈਨੂੰ ਗਿਆਨ ਕਰਾ ਦੇਵੇ, ਉਹਨੂੰ ਮੈਂ ਆਪਦਾ ਗੁਰੂ ਧਾਰਨ ਕਰ ਲਾਂਗਾ, ਉਹਨੂੰ ਮੈਂ ਆਪਦਾ ਗੁਰੂ ਮੰਨਾਂਗਾ। ਹੁਣ ਉਹ ਸਾਰੇ ਹੀ ਕੱਚੇ ਸੀ, ਸਾਰੇ ਨੀਵੀਆਂ ਪਾ ਕੇ ਵੀ ਐਡੀ ਛੇਤੀ ਹੁਣ ਉਪਦੇਸ਼ ਕੌਣ ਕਰਾਵੇ। ਫਿਰ ਜੋ ਅਸ਼ਟਾਵਕਰ ਸੀ ਉਹਨਾਂ ਨੇ ਆਖਿਆ ਵੀ ਮੈਂ ਤੁਹਾਨੂੰ ਉਪਦੇਸ਼ ਕਰਾ ਸਕਦਾ। ਤੇ ਗੁਰੂ ਦੀਆਂ ਕੁਝ ਸ਼ਰਤਾਂ ਹੁੰਦੀਆਂ ਵੀ ਜਦੋਂ ਗੁਰੂ ਧਾਰਨ ਕਰੀਦਾ, ਗੁਰੂ ਨੂੰ ਆਪਣਾ ਤਨ ਮਨ ਅਤੇ ਸਵਾਸਾਂ ਦਾ ਧਨ ਅਰਪਣ ਕਰਨਾ ਪੈਂਦਾ, ਫਿਰ ਗੁਰੂ ਉਪਦੇਸ਼ ਕਰਦਾ। ਮਹਾਰਾਜ ਵੀ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਵੀ ਗੁਰੂ ਨੂੰ ਆਪਣਾ ਤਨ ਮਨ ਧਨ ਸਭ ਅਰਪਣ ਕਰ।
ਹੁਣ ਜਦੋਂ ਉਹਨਾਂ ਨੇ ਇਹ ਆਖਿਆ ਤੇ ਉਹਨਾਂ ਨੇ ਆਖਿਆ ਵੀ ਦਿੱਤਾ ਵੀ ਤੁਹਾਨੂੰ ਧਨ ਵੀ ਦਿੱਤਾ ਤੇ ਸਵਾਸਾਂ ਦਾ ਧਨ ਵੀ ਦਿੱਤਾ, ਵੀ ਮੈਨੂੰ ਉਪਦੇਸ਼ ਕਰੋ। ਤੇ ਉਹਨਾਂ ਨੇ ਆਖਿਆ ਵੀ ਰੱਖੋ ਘੋੜੇ ਦੀ ਪੈਰ ਤੇ ਰਕਾਬ। ਜਦੋਂ ਰੱਖਿਆ ਉਹ ਉੱਪਰ ਚੜ੍ਹਨ ਲੱਗੇ ਤੇ ਉਹਨਾਂ ਨੇ ਆਖਿਆ ਵੀ ਉੱਪਰ ਨਹੀਂ ਚੜ੍ਹਨਾ ਰਾਜਾ, ਵੀ ਜਿਹਨੂੰ ਗੁਰੂ ਨੂੰ ਜਦੋਂ ਧਨ ਦੇ ਦੇ ਤੇ ਆਪਦੀ ਮੱਤ ਨਹੀਂ ਵਰਤ ਸਕਦੇ, ਗੁਰੂ ਦੇ ਆਖੇ ਲੱਗਣਾ ਪੈਂਦਾ, ਜੋ ਗੁਰੂ ਕਹੇਗਾ ਉਹੀਓ ਕਰਨਾ ਪੈਣਾ। ਤੂੰ ਮੈਨੂੰ ਸਵਾਸਾਂ ਦਾ ਧਨ ਦੇ ਚੁੱਕੇ, ਆਪਦੀ ਮਰਜ਼ੀ ਨਾਲ ਨਹੀਂ ਚੜ੍ਹ ਸਕਦਾ ਉੱਥੇ, ਥੱਲੇ ਉਤਰਿਆ। ਉਹਨਾਂ ਨੂੰ ਬਿਠਾ ਲਿਆ, ਫਿਰ ਬਿਠਾ ਕੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ, ਸਮਝਾਇਆ, ਸੱਚ ਤੇ ਨਾਮ ਦਾ ਭੇਦ ਦਿੱਤਾ। ਫਿਰ ਉਹਨਾਂ ਨੂੰ ਜੋ ਸੱਚ ਉਹਨਾਂ ਨੇ ਬਾਹਰ ਦਿਖਾਇਆ, ਭਰਮ ਦਾ ਪਰਦਾ ਪਾਸੇ ਕਰਕੇ, ਫਿਰ ਉਹਨਾਂ ਨੇ ਇੰਨੀ ਕਮਾਈ ਕੀਤੀ, ਇੰਨਾ ਸ਼ਬਦ ਦਾ ਅਭਿਆਸ ਕੀਤਾ, ਉਸੇ ਸੱਚ ਨੂੰ ਅੰਦਰ ਪ੍ਰਗਟ ਕਰ ਲਈ। ਹੁਣ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਉਹ ਰਾਜਾ ਜਨਕ ਐਡਾ ਯੋਧਾ ਸੀ, ਬਲੀ ਸੀ, ਉਹਨਾਂ ਨੂੰ ਗੁਰੂ ਧਾਰਨ ਕਰਨਾ ਪਿਆ ਤੇ ਫਿਰ ਅੱਗੇ ਉਹਨਾਂ ਨੂੰ ਪ੍ਰਾਪਤੀ ਹੋਈ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਬਾਹਰੀ ਬੇਸ਼ੱਕ ਸਾਨੂੰ ਸੰਸਾਰ ਦਾ ਕਿੰਨਾ ਵੀ ਗਿਆਨ ਹੋ ਜੇ, ਸੰਸਾਰ 'ਚ ਸਾਡੀ ਕਿੰਨੀ ਵੀ ਵਡਿਆਈ, ਕਿੰਨੀ ਵੀ ਸੋਭਾ ਹੋ ਜੇ, ਪਰ ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਸਾਡੇ ਅੰਦਰੋਂ ਜਿਹੜਾ ਅਗਿਆਨਤਾ ਦਾ ਹਨੇਰਾ ਇਹ ਨਹੀਂ ਮਿਟ ਸਕਦਾ। ਮਹਾਰਾਜ ਇਸ ਲਈ ਫਰਮਾਉਂਦੇ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਈ ਇੰਨਾ ਗਿਆਨ ਹੋਣ ਦੇ ਬਾਵਜੂਦ ਗੁਰੂ ਤੋਂ ਬਿਨਾਂ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ। ਹੁਣ ਇਹ ਅਗਿਆਨਤਾ ਦਾ ਹਨੇਰਾ ਕਿਵੇਂ ਮਿਟੇ, ਕਿਵੇਂ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇ, ਚਾਨਣ ਹੋਵੇ, ਉਹਦੇ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ, ਚਾਹੇ ਸਾਨੂੰ ਦੁੱਖ ਆਵੇ, ਅਸੀਂ ਦੁੱਖ 'ਚ ਵੀ ਮਾਲਕ ਦਾ ਸਿਮਰਨ ਕਰਨਾ, ਜੇ ਸੁੱਖ ਆਵੇ ਸੁੱਖ 'ਚ ਵੀ ਸਿਮਰਨ ਕਰਨਾ। ਜਦੋਂ ਅਸੀਂ ਦੁੱਖ ਸੁੱਖ ਦੋਨਾਂ 'ਚੋਂ ਨੂੰ ਹੀ ਧਿਆਵਾਂਗੇ ਪਰਮਾਤਮਾ ਨੂੰ, ਫਿਰ ਸਾਡੇ ਅੰਦਰ ਇੰਨਾ ਜ਼ਿਆਦਾ ਪ੍ਰਕਾਸ਼ ਹੋ ਜਾਏਗਾ ਵੀ ਜਿਵੇਂ ਕਰੋੜਾਂ ਸੂਰਜਾਂ 'ਚ। ਮਹਾਰਾਜ ਫਰਮਾਉਂਦੇ, ਸੁਖ ਰਾਧਨ ਦੁਖ ਰਾਧਨ ਬਿਸਰੇ ਨਾ ਕਾਹੂ ਬੇਰਾ, ਨਾਮ ਜਪਤ ਕੋਟ ਸੂਰਜ ਯਾਰਾ, ਬਿਨਸੇ ਭਰਮ ਅੰਧੇਰਾ। ਬਈ ਜਦੋਂ ਅਸੀਂ ਪਰਮਾਤਮਾ ਨੂੰ ਆਰਾਧਾਂਗੇ, ਉਹਦਾ ਸਿਮਰਨ ਕਰਾਂਗੇ, ਤੇ ਸਾਡੇ ਅੰਦਰੋਂ ਗਿਆਨਤਾ ਦਾ ਹਨੇਰਾ ਦੂਰ ਹੋਣਾ। ਹੁਣ ਇਸ ਵਾਸਤੇ ਫਿਰ ਜਦੋਂ ਅਸੀਂ ਸਤ ਸੰਗਤ ਕਰਦੇ, ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਫਿਰ ਸਾਡੇ ਇਹਨਾਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਸੁਰਮਾ ਪਾਇਆ ਜਾਂਦਾ, ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਗਿਆਨ ਅੰਜਨ ਗੁਰ ਦੀਐ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬਈ ਜਦੋਂ ਮਾਲਕ ਦੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਹੁੰਦੀ, ਸਾਨੂੰ ਸੰਤਾਂ ਦਾ ਸੰਗ ਹੁੰਦਾ, ਸਾਨੂੰ ਸਾਧੂ ਜਨਾਂ ਦਾ ਸੰਗ ਹੁੰਦਾ, ਸਾਨੂੰ ਸਾਧ ਸੰਗਤ ਪ੍ਰਾਪਤ ਹੁੰਦੀ। ਫਿਰ ਸਾਡੇ ਅੰਦਰੋਂ ਜਦੋਂ ਸਾਧ ਸੰਗਤ ਮਿਲਦੀ, ਫਿਰ ਸਾਨੂੰ ਗਿਆਨ ਹੁੰਦਾ, ਸੋਝੀ ਹੁੰਦੀ, ਫਿਰ ਸਾਡੇ ਗਿਆਨ ਦਾ ਅੰਦਰ ਦੀਵਾ ਚੱਲ ਪੈਂਦਾ, ਗਿਆਨ ਦਾ ਸਾਡੇ ਅੰਦਰ ਪ੍ਰਕਾਸ਼ ਹੋ ਜਾਂਦਾ। ਜਦੋਂ ਗਿਆਨ ਦਾ ਪ੍ਰਕਾਸ਼ ਹੋਏਗਾ ਤੇ ਹਨੇਰਾ ਆਪੇ ਹਟ ਜਾਏਗਾ। ਜਿਸ ਗਿਆਨਤਾ ਦੇ ਵਿੱਚ, ਭਰਮ ਦੇ ਵਿੱਚ ਅਸੀਂ ਸੁੱਤੇ ਪਏ, ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਸੁੱਤਾ ਹੋਇਆ ਮਨ ਸਾਡਾ ਜਾਗ ਪਏਗਾ। ਸੋ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਗਿਆਨ, ਇਹ ਸੋਝੀ ਸਾਨੂੰ
ਸਤ ਸੰਗਤ ਤੋਂ ਬਿਨਾਂ ਨਹੀਂ ਆ ਸਕਦੀ। ਸਤ ਸੰਗਤ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਹੈ ਉਹ ਪਸ਼ੂਆਂ ਵਰਗਾ ਹੈ, ਪਸ਼ੂਆਂ ਦੀ ਨਿਆਈ। ਮਨਮੁਖ ਹੈ ਜਿਹੜਾ ਉਹ ਪਸ਼ੂਆਂ ਵਰਗਾ ਹੈ। ਜਿਵੇਂ ਪਸ਼ੂ ਭਾਰ ਢੋਂਦਾ ਹੈ, ਮਨਮੁਖ ਸਾਰਾ ਸਮਾਂ ਭਾਰ ਹੀ ਢੋਂਦਾ ਰਹਿੰਦਾ, ਦੂਸਰਿਆਂ ਦੀ ਨਿੰਦਿਆ ਕਰ ਕਰਕੇ, ਵੈਰ ਵਿਰੋਧ ਕਰਕੇ, ਚੁਗਲੀ ਕਰ ਕਰਕੇ ਉਹ ਦੂਜਿਆਂ ਦਾ ਭਾਰ ਚੁੱਕਦਾ ਤੇ ਬਿਨਾਂ ਮਨਜ਼ੂਰੀ ਤੋਂ ਚੁੱਕਦਾ, ਚੱਕ ਜਾ ਕੇ ਦਰਗਾਹ ਸੁੱਟੀ ਜਾਂਦਾ, ਜਿਹੜਾ ਅੰਤ ਸਮੇਂ ਸਾਰਾ ਇਕੱਠਾ ਕਰਕੇ ਸਾਡੇ ਸਿਰ ਤੇ ਰੱਖ ਦਿੰਦੇ। ਮਹਾਰਾਜ ਇਸ ਲਈ ਫਿਰ ਇਹਨੂੰ ਕਹਿੰਦੇ ਵੀ ਆਤਮਘਾਤੀ ਹੈ, ਵੀ ਆਪਦੀ ਹੱਤਿਆ ਆਪ ਹੀ ਕਰਦੀ। ਜਿਵੇਂ ਸੰਸਾਰ ਦੇ ਵਿੱਚ ਕੋਈ ਜੀਵ ਆਤਮ ਹੱਤਿਆ ਕਰ ਲਵੇ ਨਾ, ਸੰਸਾਰੀ ਜੀਵ ਉਹਦੀ ਨਿੰਦਿਆ ਕਰਦੇ ਵੀ ਇਹਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਇਹਨੂੰ ਮਰਨਾ ਨਹੀਂ ਸੀ ਚਾਹੀਦਾ, ਉਹਦੀ ਬੁਰਾਈ ਕਰਦੇ ਆ, ਹਾਲਾਂਕਿ ਉਹਦੇ ਵਿੱਚ ਉਹਦਾ ਕੋਈ ਦੋਸ਼ ਨਹੀਂ ਹੁੰਦਾ, ਪਰ ਜੀਵ ਉਹਦੀ ਨਿੰਦਾ ਕਰਦੇ ਵੀ ਮਾੜਾ ਕੀਤਾ ਇਹਨੇ ਜੀ। ਹੁਣ ਗੁਰਬਾਣੀ ਗੁਰੂ ਸਾਨੂੰ ਕਹਿੰਦੇ ਵੀ ਜਿਹੜੇ ਜੀਵ ਨਿੰਦਿਆ ਕਰਦੇ ਉਹ ਆਤਮਘਾਤੀ ਨੇ, ਉਹ ਆਪਦੀ ਹੱਤਿਆ ਆਪ ਹੀ ਕਰ ਰਹੇ, ਆਪਦੇ ਆਪ ਨੂੰ ਆਪ ਹੀ ਮਾਰ ਰਹੇ। ਜਿਹੜੇ ਵੈਰ ਵਿਰੋਧ ਕਰਦੇ, ਹਉਮੈ ਹੰਕਾਰ ਕਰਦੇ, ਈਰਖਾ ਨਫ਼ਰਤ ਕਰਦੇ, ਉਹ ਆਤਮਘਾਤੀ ਨੇ, ਉਹ ਆਪਦੀ ਹੱਤਿਆ ਆਪ ਹੀ ਕਰ ਰਹੇ ਨੇ, ਆਪਦੇ ਆਪ ਨੂੰ ਆਪ ਹੀ ਮਾਰ ਰਹੇ ਨੇ। ਤੇ ਉਹ ਬਿਨਾਂ ਮਨਜ਼ੂਰੀ ਤੋਂ ਹੀ ਭਾਰ ਚੱਕ ਚੱਕ ਕੇ ਦੂਜਿਆਂ ਦਾ ਸੁੱਟੀ ਜਾਂਦੇ। ਜਿਵੇਂ ਮਹਾਰਾਜ ਕਹਿੰਦੇ ਵੀ ਇੱਕ ਤਾਂ ਆਪਾਂ ਦੇਖਦੇ ਹਾਂ ਮਨਜ਼ੂਰੀ ਲੈ ਕੇ ਜੀਵ ਭਾਰ ਦੂਸਰੇ ਦਾ ਚੱਕਦੇ ਤੇ ਸੁੱਟਦੇ, ਇੱਕ ਬਿਨਾਂ ਮਨਜ਼ੂਰੀ ਤੋਂ ਹੀ ਦੂਸਰੇ ਦਾ ਭਾਰ ਚੱਕ ਕੇ ਸੁੱਟਣ, ਨਿੰਦਿਆ ਕਰਕੇ, ਉਹਨੂੰ ਕਹਿੰਦੇ ਆਤਮ ਹੱਤਿਆ ਕਰਨੀ, ਆਪਦੀ ਹੱਤਿਆ ਆਪ ਹੀ ਕਰ ਸੀ। ਮਹਾਰਾਜ ਕਹਿੰਦੇ ਮਨਮੁਖ ਅੰਧੇ ਸੁਧ ਨਾ ਕਾਈ, ਆਤਮਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੀ। ਬਈ ਬਿਨਾਂ ਮਨਜ਼ੂਰੀ ਤੋਂ ਹੀ ਭਾਰ ਚੱਕ ਚੱਕ ਕੇ ਸੁੱਟੀ ਜਾਂਦੀ। ਸੋ ਇਸ ਕਰਕੇ ਫਿਰ ਕਹਿੰਦੇ ਵੀ ਜਿਹੜੀ ਨਿੰਦਾ ਹੈ ਇਹ ਬਹੁਤ ਮਾੜੀ ਹੈ, ਕਿਸੇ ਦੀ ਵੀ ਭਲੀ ਨਹੀਂ ਹੈ। ਜਿਹੜਾ ਨਿੰਦਕ ਜੀਵ ਹੈ ਉਹਨੂੰ ਐਸਾ ਰੋਗ ਲੱਗਿਆ ਨਿੰਦਿਆ ਦਾ ਜਿਹਦਾ ਕੋਈ ਦਾਰੂ ਹੀ ਨਹੀਂ। ਮਾਰੇ ਕਹਿੰਦੇ ਔਖਦ ਸਭੇ ਕੀਤੀਆਂ, ਨਿੰਦਕ ਦਾਰੂ ਨਾ ਹੈ। ਇਹ ਐਸੀ ਬਿਮਾਰੀ ਲਾਲਾਚ, ਤੇ ਆਪਾਂ ਨੂੰ ਕਹਿੰਦੇ ਵੀ ਇਹ ਤੋਂ ਬਚੋ। ਜਿਹੜੀਆਂ ਐਸੀਆਂ ਬਿਮਾਰੀਆਂ ਹੁੰਦੀਆਂ ਨਾ ਵੀ ਜਿਨ੍ਹਾਂ ਦਾ ਕੋਈ ਇਲਾਜ ਨਾ ਹੋਵੇ, ਉਹਨਾਂ ਤੋਂ ਆਪਾਂ ਵਿਚਾਰ ਰੱਖਦੇ ਹਾਂ ਵੀ ਕਿਤੇ ਸਾਨੂੰ ਚੁੰਬੜੀ ਨਾ ਜਾਵੇ, ਲੱਗ ਹੀ ਨਾ ਜਾਵੇ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਇਹ ਨਿੰਦਿਆ ਐਸਾ ਰੋਗ ਹੈ, ਇਹ ਸੂਤ ਦੀ ਬਿਮਾਰੀ ਹੈ। ਜਿਹਨੂੰ ਇਹ ਰੋਗ ਲੱਗਿਆ ਹੋਇਆ, ਜੇ ਅਸੀਂ ਉਹਦੇ ਕੋਲ ਬੈਠਾਂਗੇ ਉਹਨੇ ਉਹ ਰੋਗ ਸਾਨੂੰ ਵੀ ਚੰਬੇੜ ਦੇਣਾ ਨਾਲ। ਇਸ ਕਰਕੇ ਸਾਨੂੰ ਕਹਿੰਦੇ ਜਿਹੜਾ ਨਿੰਦਕ ਜੀਵ ਹੈ ਉਹ ਤੋਂ ਬਚੋ। ਉਹਨੂੰ ਕਹਿੰਦੇ ਸਾਕਤ। ਕਹਿੰਦੇ ਜਿਹੜਾ ਸਾਕਤ ਹੈ ਉਹ ਤੋਂ ਦੂਰੋਂ ਹੀ ਪਾਸੇ ਹਟ ਜਾਓ, ਉਹਦਾ ਸੰਗ ਨਾ ਕਰੋ। ਪਰਮਾਉਂਦੇ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਵੀ ਜਿਹੜਾ ਸਾਕਤ ਹੈ ਉਹਦਾ ਸੰਗ ਨਾ ਕਰੋ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਉਹਨੇ ਬੋਲਣਾ ਕੀ। ਉਹਨੂੰ ਐਸਾ ਹੀ ਰੋਗ ਚੁੰਬੜੇ ਨੇ, ਬਿਮਾਰੀਆਂ ਐਸੀਆਂ ਲੱਗੀਆਂ, ਜੇ ਅਸੀਂ ਉਹਦਾ ਸੰਗ ਕਰਾਂਗੇ ਉਹਨੇ ਸਾਨੂੰ ਵੀ ਨਾਲ ਲਾ ਦੇਣਾ। ਇਸ ਕਰਕੇ ਜਿਵੇਂ ਆਪਾਂ ਸੰਸਾਰ ਦੇ ਵਿੱਚ ਵੀ ਰੋਗਾਂ ਤੋਂ ਬਚਦੇ ਹਾਂ, ਜਿਵੇਂ ਪਿੱਛੇ ਚੱਲੇ ਸੀ ਕਰੋਨਾ, ਪਹਿਲਾਂ ਜੀਵ ਕਿੰਨਾ ਡਰੇ ਵੀ ਜੇ ਕਿਸੇ ਨੂੰ ਹੋ ਗਿਆ ਵੀ ਉਹ ਤੋਂ ਇੰਨਾ ਦੂਰੀ ਬਣਾ ਕੇ ਰੱਖੋ ਵੀ ਕਿਤੇ ਸਾਨੂੰ ਨਾ ਹੋ ਜੇ ਨਾਲ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਨਿੰਦਿਆ, ਨਿੰਦਕ ਤੋਂ ਦੂਰੀ ਬਣਾ ਕੇ ਰੱਖੋ ਵੀ ਕਿਤੇ ਸਾਨੂੰ ਨਾ ਚੁੰਬੜ ਜੇ। ਇਹ ਐਸਾ ਰੋਗ ਹੈ
ਤੇ ਉਹਨੂੰ ਪਤਾ ਵੀ ਨਹੀਂ ਨਿੰਦਕ ਨੂੰ ਵੀ ਮੈਨੂੰ ਇੰਨਾ ਭਿਆਨਕ ਰੋਗ ਲੱਗਿਆ ਹੋਇਆ। ਪਤਾ ਉਹਨੂੰ ਤਾਂ ਲੱਗੇਗਾ ਜੇ ਉਹ ਸੰਗਤ ਕਰੇਗਾ ਤਾਂ, ਕਿਉਂਕਿ ਸੰਗਤ ਤਾਂ ਕਰਦਾ ਨਹੀਂ, ਨਾ ਉਹ ਸਿਮਰਨ ਕਰੇ ਨਾ ਉਹ ਸੰਗਤ ਕਰੇ, ਤੇ ਉਹਨੂੰ ਪਤਾ ਹੀ ਨਹੀਂ ਵੀ ਮੈਨੂੰ ਐਸੀਆਂ ਬਿਮਾਰੀਆਂ ਚੋਂ ਬੜੀਆਂ ਹੋਈਆਂ। ਹੁਣ ਇਹ ਭੇਦ ਸਾਨੂੰ ਫੇਰ ਆਉਂਦਾ, ਫੇਰ ਪਤਾ ਲੱਗਦਾ ਜਦੋਂ ਸਾਡੇ ਨੇਤਰਾਂ 'ਚ ਗਿਆਨ ਦਾ ਅੰਜਨ ਪੈਂਦਾ, ਸੁਰਮਾ, ਫੇਰ ਸਾਨੂੰ ਪਤਾ ਲੱਗਦਾ ਵੀ ਇਹਨੂੰ ਇਹ ਰੋਗ ਲੱਗੇ ਨੇ, ਨਹੀਂ ਤਾਂ ਸਾਨੂੰ ਵੀ ਨਹੀਂ ਪਤਾ ਲੱਗਦਾ। ਇਸ ਵਾਸਤੇ ਫਿਰ ਕਹਿੰਦੇ ਵੀ ਜਿਹੜੀ ਇਹ ਧੁੰਦ ਪਈ ਹੋਈ ਅਗਿਆਨਤਾ ਦਾ ਹਨੇਰਾ, ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਲੋਕ 'ਚ ਆਏ, ਬਹੁਤ ਜੀਵ ਅਗਿਆਨਤਾ ਦੇ ਵਿੱਚ, ਭਰਮ ਦੇ ਵਿੱਚ ਗਏ ਹੋਏ ਸੀ। ਜਦੋਂ ਉਹਨਾਂ ਦਾ ਸੰਸਾਰ ਦੇ ਵਿੱਚ ਪ੍ਰਕਾਸ਼ ਹੋਇਆ, ਉਹਨਾਂ ਨੇ ਸੱਚ ਦੇ ਨਾਮ ਦਾ ਭੇਦ ਦੇਣਾ ਸ਼ੁਰੂ ਕੀਤਾ, ਤੇ ਜਿਨ੍ਹਾਂ ਨੇ ਉਹਨਾਂ ਦਾ ਸੰਗ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਸੁਣਿਆ ਤੇ ਸੁਣ ਕੇ ਮੰਨਿਆ, ਕਮਾਇਆ, ਉਹਨਾਂ ਦੇ ਅੰਦਰੋਂ ਇਹ ਭਰਮ ਸੀ, ਜਿਹੜਾ ਇਹ ਭਰਮ ਸਾਰਾ ਦੂਰ ਹੋ ਗਿਆ। ਵਾਹਿਓ ਸਾਨੂੰ ਭਾਈ ਗੁਰਦਾਸ ਜੀ ਫਰਮਾਉਂਦੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਵੀ ਜਿਹੜੀ ਧੁੰਦ ਪੈ ਚੁੱਕੀ ਸੀ, ਜਿਵੇਂ ਆਪਾਂ ਦੇਖਦੇ ਹਾਂ, ਇੱਕ ਤਾਂ ਉੱਦਾਂ ਹਨੇਰਾ ਹੁੰਦਾ, ਹਨੇਰੇ 'ਚ ਤਾਂ ਫਿਰ ਵੀ ਦੀਂਦਾ ਕੁਛ ਨਾ ਕੁਛ, ਇੱਕ ਧੁੰਦ ਪੈ ਜਾਂਦੀ ਸਿਆਲਾਂ 'ਚ, ਉਹ ਇੰਨੀ ਸੰਘਣੀ ਧੁੰਦ ਹੋ ਜਾਂਦੀ ਆਪਾਂ ਨੂੰ ਦਿਖਾਈ ਹੀ ਨਹੀਂ ਦਿੰਦਾ ਕੁਛ ਅੱਗੇ, ਉਹਦੇ ਵਿੱਚ ਕੁਛ ਪਤਾ ਹੀ ਨਹੀਂ ਲੱਗਦਾ ਧੁੰਦ 'ਤੇ। ਹੁਣ ਇਸੇ ਤਰ੍ਹਾਂ ਹੀ ਇੱਥੇ ਸੰਸਾਰ ਦੇ ਵਿੱਚ ਇਹ ਅਗਿਆਨਤਾ ਦੀ ਧੁੰਦ ਪਈ ਹੋਈ। ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਵਾਂਗੇ, ਸਤਸੰਗਤ ਨਹੀਂ ਕਰਾਂਗੇ, ਧੁੰਦ ਚੁੱਕੀ ਨਹੀਂ ਜਾਣੀ। ਜਦ ਤੱਕ ਧੁੰਦ ਚੁੱਕੀ ਨਹੀਂ ਜਾਂਦੀ, ਸਾਨੂੰ ਅੱਗੇ ਸਫਾਈ ਸਾਫ਼ ਦੀਂਦਾ ਨਹੀਂ। ਜਿਵੇਂ ਧੁੰਦ ਇੰਨੀ ਸੰਘਣੀ ਪਈ ਹੋਵੇ ਤੇ ਆਪਾਂ ਨੂੰ ਦਿਸਦਾ ਹੀ ਨਹੀਂ ਕੁਛ ਅੱਗੇ, ਜਦੋਂ ਚੱਕੀ ਗਈ ਫਿਰ ਦੂਰ ਤੱਕ ਨਜ਼ਰ ਆਉਂਦਾ, ਸਾਰਾ ਕੁਛ ਦਿਸਣ ਲੱਗ ਜਾਂਦਾ। ਔਰ ਇਸੇ ਤਰ੍ਹਾਂ ਹੀ ਭਰਮ ਦਾ ਹਨੇਰਾ ਹੈ, ਅਗਿਆਨਤਾ ਦਾ ਹਨੇਰਾ ਹੈ। ਇਹ ਸਤਿਗੁਰੂ ਸਾਡਾ ਇਹ ਭਰਮ ਖਤਮ ਕਰਦੇ ਨੇ। ਮਹਾਰਾਜ ਇਸ ਲਈ ਫਰਮਾਉਂਦੇ, ਸਰਬ ਸੁੱਖਾਂ ਬਣੇ ਤੇਰੇ ਓਲੇ, ਭਰਮ ਕੇ ਪੜਦੇ ਸਤਿਗੁਰ ਖੋਲੇ। ਬਈ ਸਤਿਗੁਰੂ ਸਾਡੇ ਭਰਮ ਦੇ ਪੜਦੇ ਚੁੱਕ ਦਿੰਦੇ, ਸਾਡਾ ਜਿਹੜਾ ਮਨ ਅਗਿਆਨਤਾ 'ਚ ਗਿਆ, ਇਹ ਅਗਿਆਨਤਾ ਨੂੰ ਦੂਰ ਕਰਦੇ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਜੀਵਨ ਮੁਕਤ ਹੋਣਾ ਚਾਹੁੰਦੇ ਹੋ, ਜੇ ਤੁਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ, ਫਿਰ ਤੁਸੀਂ ਅੰਤਰਮੁਖੀ ਹੋਵੋ। ਫਿਰ ਤੁਸੀਂ ਨਾਮ ਦੇ ਨਾਲ ਜੁੜੋ, ਸ਼ਬਦ ਗੁਰੂ ਨਾਲ ਜੁੜੋ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੋ। ਨਾਮ ਨੂੰ ਹੀ ਪਰਮਾਤਮਾ ਦੇ ਚਰਨ ਕਹਿੰਦੇ ਨੇ, ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਚਿੱਤ ਚਰਨ ਨਾਮ। ਬਈ ਮਾਲਕ ਦੇ ਚਰਨ ਕੀ ਨੇ? ਨਾਮ। ਹੁਣ ਅਸੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ। ਜੁੜਨਾ ਵੀ ਜਿਉਂਦੇ ਜੀ ਹੈ, ਇਹ ਨਹੀਂ ਵੀ ਜਦੋਂ ਜੀਵ ਦੇਹ ਛੱਡ ਜਾਂਦਾ, ਉਹਦੇ ਮਰਨ ਤੋਂ ਮਗਰੋਂ ਅਸੀਂ ਅਰਦਾਸਾਂ ਕਰੀਏ ਵੀ ਇਹਨੂੰ ਚਰਨਾਂ 'ਚ ਥਾਂ ਦੇ ਦਿਓ ਜੀ, ਇਹਨੂੰ ਦਰਗਾਹ 'ਚ ਥਾਂ ਦੇ ਦਿਓ ਜੀ। ਹੁਣ ਜਿਹਨੇ ਸਾਰੀ ਉਮਰ ਤਾਂ ਦਰਗਾਹ ਦਾ ਭੇਤ ਨਹੀਂ ਲਿਆ, ਸਾਰੀ ਉਮਰ ਤਾਂ ਜਿਹਨੇ ਸਿਮਰ ਨਹੀਂ ਕੀਤਾ, ਸੰਗਤ ਨਹੀਂ ਕੀਤੀ, ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਨਹੀਂ। ਜਦੋਂ ਉਹਨੂੰ ਮੌਕਾ ਸੀ, ਜਦੋਂ ਉਹਨੂੰ ਵਾਰੀ ਸੀ, ਜਦੋਂ ਵਾਰੀ ਲੰਘ ਗਈ ਤੇ ਫਿਰ ਆਖੀਏ ਚਰਨਾਂ 'ਚ ਥਾਂ ਦੇ ਦਿਓ ਜੀ, ਫਿਰ ਥੋੜ੍ਹੀ ਮਿਲਦੀ ਹੈ। ਸੋ ਇਸ ਕਰਕੇ ਸਾਨੂੰ ਕਹਿੰਦੇ ਵੀ ਚਰਨਾਂ ਦੇ ਵਿੱਚ ਥਾਂ ਤਾਂ ਸਾਨੂੰ ਜਿਉਂਦੇ ਜੀ ਮਿਲ ਜਾਂਦੀ, ਜੇ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਹੋਏ, ਜੋ ਸਾਨੂੰ ਸਤਿਗੁਰੂ ਉਪਦੇਸ਼ ਦੇ ਰਹੇ, ਅਸੀਂ ਉਹ ਉਪਦੇਸ਼ ਨੂੰ ਮੰਨੀਏ ਤੇ ਕਮਾਈਏ। ਤਾਈਓ ਸਾਨੂੰ ਸਮਝਾਉਂਦੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਵੀ ਗੁਰਸਿੱਖੋ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ।
ਜਦੋਂ ਅਸੀਂ ਇਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਾਂਗੇ ਤੇ ਫਿਰ ਅਸੀਂ ਜਿਉਂਦੇ ਜੀ ਮੁਕਤ ਹੋ ਜਾਵਾਂਗੇ। ਜੇ ਆਖੀਏ ਮਰਨ ਤੋਂ ਬਾਅਦ ਮੁਕਤ ਹੋਵਾਂਗੇ, ਮਰਨ ਤੋਂ ਬਾਅਦ ਕੋਈ ਮੁਕਤ ਨਹੀਂ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਬੇਣੀ ਕਹੇ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਵੀ ਮਰਨ ਤੋਂ ਬਾਅਦ ਵੀ ਕੋਈ ਮੁਕਤ ਹੋਈ। ਜੇ ਅਸੀਂ ਜਿਉਂਦੇ ਜੀ ਮੁਕਤ ਨਹੀਂ ਹੋਏ, ਜਿਉਂਦੇ ਜੀ ਅਸੀਂ ਆਪਦੇ ਘਰ ਨਹੀਂ ਗਏ, ਤੇ ਫਿਰ ਅਸੀਂ ਆਖੀ ਵੀ ਮਰਨ ਤੋਂ ਬਾਅਦ ਅਸੀਂ ਮੁਕਤ ਹੋ ਜਾਵਾਂਗੇ, ਫਿਰ ਨਹੀਂ ਹੋ ਸਕਦੀ। ਮਰਨ ਤੋਂ ਬਾਅਦ ਬਦਲਦਾ ਕੁਛ ਨਹੀਂ, ਆਪਾਂ ਤਾਂ ਉਹੀ ਰਹਿੰਦੇ। ਜਿਵੇਂ ਹੁਣ ਮਰਦੇ ਤਾਂ ਆਪਾਂ ਰੋਜ਼ ਹੀ ਆ, ਰਾਤ ਨੂੰ ਹੁਣ ਸੌਵਾਂਗੇ ਮਰ ਜਾਵਾਂਗੇ, ਪਰ ਆਪਾਂ ਤਾਂ ਫਿਰ ਵੀ ਜਿਉਂਦੇ ਹੁੰਦੇ ਹਾਂ। ਸਰੀਰ ਇੱਥੇ ਪਿਆ ਹੁੰਦਾ, ਆਪਾਂ ਫਿਰ ਵੀ ਤੁਰੇ ਫਿਰਦੇ ਰਾਤ ਨੂੰ, ਜਿੱਥੇ ਸੁਪਨਾ ਦੇਖਦੇ। ਹੁਣ ਸੁਪਨੇ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਹੈ ਮਨ ਆਪਣਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਸੇ ਤਰ੍ਹਾਂ ਹੀ ਜਦੋਂ ਹੁਣ ਰਾਤ ਨੂੰ ਆਪਾਂ ਇਹ ਦੇਹ ਨੂੰ ਛੱਡਦੇ, ਇਹ ਅਵਸਥਾ ਅੰਤ ਸਮੇਂ ਆਉਂਦੀ। ਜੇ ਸਾਨੂੰ ਹੁਣ ਨਹੀਂ ਪਤਾ ਲੱਗਦਾ ਵੀ ਅਸੀਂ ਸੌਣ ਤੋਂ ਮਗਰੋਂ ਕਿੱਥੇ ਜਾਂਦੇ, ਕਿਹੜੇ ਰਾਹ ਜਾਂਦੇ ਹਾਂ, ਕਿਹੜੇ ਰਾਹ ਵਾਪਸ ਆਉਂਦੇ, ਉੱਥੇ ਜਿੰਨਾ ਸਮਾਂ ਵੀ ਅਸੀਂ ਰਹਿੰਦੇ ਹਾਂ 5-7 ਘੰਟੇ, ਉਹ ਅਸੀਂ ਕਿੱਥੇ ਗੁਜ਼ਾਰਦੇ ਹਾਂ, ਕੀ ਅਸੀਂ ਖਾਂਦੇ ਪੀਂਦੇ ਹਾਂ ਉੱਥੇ। ਜੇ ਸਾਨੂੰ ਇਹ ਹੁਣ ਨਹੀਂ ਭੇਤ ਆਉਂਦਾ, ਤੇ ਫਿਰ ਮਰਨ ਤੋਂ ਬਾਅਦ ਤਾਂ ਸਾਨੂੰ ਇਹ ਭੇਤ ਨਹੀਂ ਆਉਣ ਲੱਗੀ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਮਰਨ ਤੋਂ ਬਾਅਦ ਬਦਲਦਾ ਕੁਛ ਨਹੀਂ, ਆਪਾਂ ਉਹੀ ਰਹਿੰਦੇ। ਜੇ ਹੁਣ ਅਸੀਂ ਸੌਣ ਤੋਂ ਮਗਰੋਂ ਵਿਚਾਰ ਫੁਰਨੇ ਲਈ ਜਾਂਦੇ, ਤੇ ਇਸੇ ਤਰ੍ਹਾਂ ਹੀ ਜਦੋਂ ਮਰਾਂਗੇ ਸਾਡੇ ਫਿਰ ਵੀ ਵਿਚਾਰ ਚੱਲਦੇ ਰਹਿਣੇ। ਤੇ ਜੇ ਵਿਚਾਰ ਚੱਲੀ ਗਏ, ਉਹ ਵਿਚਾਰ ਹੀ ਬੰਧਨ ਨੇ, ਵਿਚਾਰਾਂ ਕਰਕੇ ਅਸੀਂ ਫਿਰ ਵਾਪਸ ਜੂਨਾਂ 'ਚ ਆ ਜਾਂਦੇ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਮੁਕਤ ਹੋਣਾ, ਫਿਰ ਤੁਸੀਂ ਜਿਉਂਦੇ ਜੀ ਮੁਕਤ ਹੋ। ਜੇ ਤੁਸੀਂ ਅਮਰ ਪਦਵੀ ਪ੍ਰਾਪਤ ਕਰਨੀ, ਜੇ ਤੁਸੀਂ ਮਾਲਕ ਦੇ ਚਰਨਾਂ 'ਚ ਥਾਂ ਚਾਹੁੰਦੇ ਹੋ, ਫਿਰ ਤੁਸੀਂ ਜਿਉਂਦੇ ਜੀ ਚਰਨਾਂ ਦੇ ਨਾਲ ਜੁੜੋ। ਜੇ ਅਸੀਂ ਮਾਲਕ ਦੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ, ਤੇ ਜਿਉਂਦੇ ਜੀ ਮਾਲਕ ਨੂੰ ਦੇਖੋ, ਦੇਖ ਕੇ ਉਹਦੇ ਵਿੱਚ ਸਮਾਉਣਾ ਸਿੱਖੋ। ਹੁਣ ਇਸ ਵਾਸਤੇ ਫਿਰ ਇਹ ਆਪਾਂ ਨੂੰ ਜੀਵਨ ਦੀ ਜਾਚ ਸਿਖਾਈ ਹੋਈ ਹੈ ਵੀ ਸਾਨੂੰ ਦਰਗਾਹ 'ਚ ਥਾਂ ਉਦੋਂ ਮਿਲ ਜਾਂਦੀ ਜਦੋਂ ਅਸੀਂ ਆਪਦੇ ਅੰਦਰ ਜਿਹੜਾ ਨਾਮ ਗੁਪਤ ਹੈ, ਉਹ ਗੁਪਤ ਨਾਮ ਸਾਡੇ ਅੰਦਰ ਪ੍ਰਗਟ ਹੋ ਜਾਂਦਾ। ਅਸੀਂ ਅੰਤਰਗਤ ਉਹ ਸ਼ਬਦ ਦੀ ਆਰਾਧਨਾ ਸ਼ੁਰੂ ਕਰ ਦਿੰਦੇ ਹਾਂ, ਸ਼ਬਦ ਨੂੰ ਸੁਣਦੇ ਹਾਂ, ਇਹਨਾਂ ਨੇਤਰਾਂ ਦੁਆਰਾ ਪਰਮਾਤਮਾ ਨੂੰ, ਸਤਿਗੁਰ ਨੂੰ ਦੇਖਦੇ ਹਾਂ, ਰਸਨਾ ਦੁਆਰਾ ਅਸੀਂ ਉਹਦੇ ਗੁਣ ਗਾਉਂਦੇ ਹਾਂ, ਤੇ ਸਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ ਹੈ। ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਖਸ਼ ਦੇ, ਜਗ ਮੈਂ ਉਤਮ ਕਾਢੀਏ ਵਿਰਲੇ ਕੀ। ਬਈ ਐਸੇ ਗੁਰਮੁਖ ਸੰਸਾਰ 'ਚ ਹੈਗੇ, ਪਰ ਵਿਰਲੇ ਜਿਹੜੇ ਜਿਉਂਦੇ ਜੀ ਮੁਕਤ ਨੇ, ਜਿਹੜੇ ਜਿਉਂਦੇ ਜੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ। ਉਹ ਗੁਰਮੁਖ ਫਿਰ ਜਿਉਂਦੇ ਵੀ ਪ੍ਰਵਾਨ ਨੇ, ਤੇ ਜਦੋਂ ਦੇਹ ਛੱਡਣਗੇ ਉਹ ਫਿਰ ਵੀ ਪ੍ਰਵਾਨ। ਮਹਾਰਾਜ ਇਸ ਵਰਤਾਏ ਫਰਮਾਉਂਦੇ, ਗੁਰਮੁਖ ਜੀਵੈ ਮਰੇ ਪ੍ਰਵਾਨ, ਆਰਜਾ ਨਾ ਸੀਜੇ ਸ਼ਬਦ ਪਛਾਣ। ਵੀ ਜਿਸ ਦਿਨ ਸਾਨੂੰ ਸ਼ਬਦ ਗੁਰੂ ਦੀ ਪਹਿਚਾਣ ਆ ਗਈ, ਜਿਸ ਦਿਨ ਅਸੀਂ ਅੰਤਰਗਤ ਸ਼ਬਦ ਗੁਰੂ ਨਾਲ ਜੁੜ ਗਏ, ਅਸੀਂ ਉਸ ਦਿਨ ਪ੍ਰਵਾਨ ਹੋ ਜਾਂਦੇ। ਹੁਣ ਕਿਵੇਂ ਅਸੀਂ ਉਹ ਸ਼ਬਦ ਗੁਰੂ ਨਾਲ ਜੁੜਨਾ, ਕਿਵੇਂ ਉਹ ਨਾਮ ਤੱਕ ਪਹੁੰਚਣਾ, ਉਹਦੇ ਵਾਸਤੇ ਫਿਰ ਸਾਨੂੰ ਇਹ ਸਿਮਰਨ ਅਭਿਆਸ ਦੱਸੇ। ਵੀ ਹੁਣ ਅਸੀਂ ਬਾਹਰ ਮੁਖੀ ਹਾਂ, ਸਿਮਰਨ ਕਰਕੇ ਅਸੀਂ ਹੁਣ ਬਾਹਰੋਂ ਜਿਹੜਾ ਸਾਡਾ ਮਨ ਦੂਰ ਭੱਜਾ ਫਿਰਦਾ ਵਿਚਾਰਾਂ 'ਚ,
ਹੁਣ ਇਹਨੂੰ ਅਸੀਂ ਅੰਤਰਮੁਖੀ ਕਰਨਾ, ਅੰਦਰ ਲੈ ਕੇ ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਵਿਧੀ ਤਰੀਕਾ ਦੱਸਿਆ ਵੀ ਸਾਸ ਗ੍ਰਾਸ ਸਿਮਰਨ ਕਰੋ, ਆਪਦੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣੋ। ਜਦੋਂ ਅਸੀਂ ਆਪਦੀ ਆਵਾਜ਼ 'ਚ ਪੂਰਾ ਧਿਆਨ ਲਾਵਾਂਗੇ, ਸਾਡਾ ਮਨ ਪਾਸੇ ਜਾਣਾ ਹੀ ਨਹੀਂ, ਇਹਨੇ ਵਿਚਾਰਾਂ ਫੁਰਨਿਆਂ ਤੋਂ ਰਹਿਤ ਹੋ ਜਾਣਾ। ਹੁਣ ਜੋ ਸਾਨੂੰ ਵਿਚਾਰਾਂ ਤੋਂ ਰਹਿਤ ਕਰਨ ਨੂੰ ਮਹਾਰਾਜ ਇਹ ਸਿਮਰਨ ਅਭਿਆਸ ਦੱਸ ਰਹੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਹੋਏ ਸਿਮਰਨ ਕਰਦੇ ਕਰਦੇ ਆਪ ਹੌਲੀ ਹੌਲੀ ਸਹਿਜ ਵਿੱਚ ਅੰਤਰਮੁਖੀ ਹੋਈ ਜਾਣਾ। ਜਦੋਂ ਅਸੀਂ ਅੰਤਰਮੁਖੀ ਹੋਣਾ ਸ਼ੁਰੂ ਕਰ ਦਾਂਗੇ, ਫਿਰ ਸਾਨੂੰ ਸਾਡੇ ਅੰਦਰ ਦਾ ਭੇਤ ਆਉਣਾ। ਫਿਰ ਜੋ ਸਾਡੇ ਅੰਦਰ ਨਾਮ, ਉਹ ਨਾਮ ਸਾਨੂੰ ਸੁਣਾਈ ਦੇਗਾ। ਜਦੋਂ ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਗਈ, ਸਹਿਜ ਦੇ ਵਿੱਚ ਫਿਰ ਅਸੀਂ ਉਹ ਮਾਲਕ ਦੀ ਆਵਾਜ਼ ਨੂੰ ਸੁਣਾਂਗੇ। ਮਹਾਰਾਜ ਫਰਮਾਉਂਦੇ ਸੁਣੇ ਲਾਗੇ ਸਹਿਜ ਧਿਆਨ, ਵੀ ਸਹਿਜ ਵਿੱਚ ਧਿਆਨ ਦੇ ਨਾਲ ਅਸੀਂ ਮਾਲਕ ਦੀ ਆਵਾਜ਼ ਨੂੰ ਸੁਣ ਸਕਦੇ। ਸਾਡੇ ਅੰਦਰ ਮਾਲਕ ਵਾਹਿਗੁਰੂ ਬੋਲ ਰਹੇ। ਫਿਰ ਉਹ ਧੁਨ ਦੇ ਨਾਲ ਉਹਨੂੰ ਸ਼ਬਦ ਗੁਰੂ ਆਖੇ, ਅਸੀਂ ਉਹਦੇ ਨਾਲ ਹੀ ਭਵ ਸਾਗਰ ਤੋਂ ਪਾਰ ਹੋਣਾ। ਇਸ ਲਈ ਫਿਰ ਮਹਾਰਾਜ ਉਹਦੇ ਵਰਤਾਏ ਕਹਿੰਦੇ, ਨਾਮ ਬਿਨਾ ਕਹੋ ਕੋ ਤਰਿਆ,
ਬਿਨ ਸਤਿਗੁਰ ਕੈਸੇ ਪਾਰ ਪਰੇ। ਵੀ ਨਾਮ ਤੋਂ ਬਿਨਾਂ ਕੋਈ ਜੀਵ ਤਰ ਨਹੀਂ ਸਕਦਾ। ਉਹ ਨਾਮ ਦੁਆਰਾ ਹੀ ਅਸੀਂ ਇਹ ਭਵ ਸਾਗਰ ਤੋਂ ਪਾਰ ਹੋਣਾ, ਤੇ ਸਤਿਗੁਰ ਤੋਂ ਬਿਨਾਂ ਸਾਨੂੰ ਨਾਮ ਦਾ ਭੇਤ ਨਹੀਂ ਕੋਈ ਦੇ ਸਕਦਾ। ਜਿਵੇਂ ਹੁਣ ਸਤਿਗੁਰ ਦਾ ਖਿਤਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ, ਸਤਿਗੁਰੂ ਆਪਾਂ ਨੂੰ ਹਰ ਇੱਕ ਸ਼ਬਦ ਦੇ ਵਿੱਚ ਨਾਮ ਦਾ ਭੇਤ, ਨਾਮ ਦਾ ਗਿਆਨ ਦੇ ਰਹੇ, ਨਾਮ ਦੀ ਸੋਝੀ ਕਰਾਉਂਦੀ। ਸਾਰੀ ਵਡਿਆਈ, ਸਾਰੀ ਮਹਿਮਾ ਨਾਮ ਦੀ ਹੋ ਰਹੀ। ਕੋਈ ਵੀ ਸ਼ਬਦ ਆਪਾਂ ਸੁਣੋ, ਪੜ੍ਹੋ, ਵਿਚਾਰੋ, ਨਾਮ ਦੀ ਮਹਿਮਾ, ਨਾਮ ਦੀ ਉਸਤਤ ਕਰਦੀ। ਹੁਣ ਜਿਸ ਨਾਮ ਦੀ ਮਹਿਮਾ ਹੋ ਰਹੀ, ਜਿਸ ਨਾਮ ਦੀ ਉਸਤਤ ਹੋ ਰਹੀ, ਉਸ ਨਾਮ ਦੇ ਨਾਲ ਅਸੀਂ ਜੁੜਨਾ। ਜਦੋਂ ਅਸੀਂ ਜੁੜ ਜਾਵਾਂਗੇ ਤੇ ਫਿਰ ਅਸੀਂ ਜੀਵਨ ਮੁਕਤ ਹੋ ਜਾਵਾਂਗੇ। ਇਸ ਵਾਸਤੇ ਹੁਣ ਇਹ ਨਾਮ ਤੱਕ ਪਹੁੰਚਣ ਲਈ ਅਸੀਂ ਵੱਧ ਤੋਂ ਵੱਧ ਇਹ ਸਿਮਰਨ ਕਰਨਾ। ਬਹਿੰਦੇ, ਉੱਠਦੇ, ਚੱਲਦੇ ਫਿਰਦੇ, ਕੰਮ ਕਾਰ ਕਰਦੇ, ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ, ਆਪ ਹੀ ਸੁਣਨਾ, ਧਿਆਨ ਦੇ ਨਾਲ ਵਿਚਾਰਨਾ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਸਹਿਜ 'ਚ ਵਿਚਾਰਾਂਗੇ, ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ, ਸਾਡਾ ਮਨ ਧੋਤਾ ਜਾਏਗਾ। ਮਹਾਰਾਜ ਇਸ ਲਈ ਫਰਮਾਉਂਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ, ਤੇ ਧੋਤਾ ਫਿਰ ਜਾਏਗਾ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ। ਮਨ ਤਨ ਧੋਵੇ ਸ਼ਬਦ ਵਿਚਾਰੀ। ਜਦੋਂ ਅਸੀਂ ਸ਼ਬਦ ਨੂੰ ਵਿਚਾਰਾਂਗੇ ਸਹਿਜ ਦੇ ਵਿੱਚ ਗੁਰਬਾਣੀ ਗੁਰੂ ਨੂੰ, ਤੇ ਸਾਡਾ ਮਨ ਤੇ ਮਨ ਦਾ ਤਨ ਧੋਤਾ ਜਾਏਗਾ। ਅਤੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਸਾਨੂੰ ਲਾਭ, ਉਨਾ ਹੀ ਸਾਨੂੰ ਲਾਹਾ ਹੁੰਦਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਜੋ ਸਾਨੂੰ ਗੁਰਬਾਣੀ ਗੁਰੂ ਵਾਹਿਗੁਰੂ ਨੂੰ ਮਿਲਾਪ ਦਾ ਰਸਤਾ ਦੱਸਦੇ। ਗੁਰਮੁਖ ਪਿਆਰਿਆਂ ਨੇ ਆਪਾਂ ਨੂੰ ਬੜਾ ਸੌਖਾ ਕਰਕੇ ਸਰਲ ਅਰਥਾਂ 'ਚ ਸਮਝਣ ਗੋਚਰ ਕਰਾਇਆ, ਤਾਂ ਕਿ ਹਰ ਇੱਕ ਜੀਵ ਨੂੰ ਸਮਝ ਲੱਗ ਜੀ। ਅਤੇ ਅਸੀਂ ਗੁਰਬਾਣੀ ਗੁਰੂ ਦਾ ਆਖਿਆ ਮੰਨ ਕੇ ਆਪਦੇ ਜੀਵਨ ਦਾ ਇੱਥੋਂ ਲਾਹਾ ਖੱਟ ਕੇ ਵਾਪਸ ਜਾਈਏ। ਜਿਸ ਮਕਸਦ ਵਾਸਤੇ ਸਾਨੂੰ ਇਹ ਦੇਹ ਮਿਲੀ ਹੈ, ਉਸ ਮਕਸਦ ਮਨੋਰਥ ਨੂੰ ਅਸੀਂ ਪੂਰਾ ਕਰਕੇ ਜਾਈਏ। ਸੋ ਪੂਰਾ ਤਾਂ ਹੀ ਹੋਏਗਾ ਜੇ ਹੁਣ ਅਸੀਂ ਸਤ ਸੰਗਤ ਕਰਕੇ ਗਿਆਨ ਲਵਾਂਗੇ, ਸੋਝੀ ਲਵਾਂਗੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।